ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਵਾਅਦੇ ਬਹੁਤ ਵੱਡੇ ਕੀਤੇ ਸੀ, ਪਰ 4.5 ਸਾਲਾਂ ਬਾਅਦ ਆਖਰ ਕਾਂਗਰਸ ਸਰਕਾਰ ਨੂੰ ਉਹ ਵਾਅਦੇ ਯਾਦ ਆਏ ਨੇ ਤੇ ਕੈਪਟਨ ਸਰਕਾਰ ਨੇ ਉਹਨਾਂ ਤੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੀ ਕਾਰਗੁਜ਼ਾਰੀ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ। ਹਮੀਰ ਜੀ, ਕਾਂਗਰਸ ਸਰਕਾਰ ਨੇ ਜਿਵੇਂ ਚੋਣਾਂ 'ਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ, 4.5 ਸਾਲਾਂ ਬਾਅਦ ਉਹਨਾਂ ਨੇ ਜਿਹੜੀ ਇਸ 'ਤੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਅਸੀਂ ਜਾਣਨਾ ਚਾਹਾਂਗੇ ਕੈਪਟਨ ਸਰਕਾਰ ਦੀ 4.5 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਕਿਸ ਤਰ੍ਹਾਂ ਹੀ ਰਹੀ ਹੈ। ਅਸਲ ਦੇ ਵਿੱਚ ਬਿਜਲੀ ਖਰੀਦ ਸਮਝੌਤੇ ਜਿਹੜੇ ਥਰਮਲ ਲੱਗੇ ਸੀ, ਬੇਸਿਕਲੀ ਜ਼ਿਆਦਾਤਰ ਥਰਮਲ ਤਲਵੰਡੀ ਸਾਬੋ ਦਾ ਲੱਗਿਆ, ਥਰਮਲ ਦਾ ਰਾਜਪੁਰੇ ਵਾਲਾ ਲੱਗਿਆ, ਉਦੋਂ ਪੁਰਾਣੇ ਥਰਮਲ ਨੇ GVK ਵਾਲਾ ਤੇ ਬਾਕੀ ਹੈ, ਇਹ ਲਗਭਗ 12 ਸਮਝੌਤੇ ਕੀਤੇ ਸੀ ਵੱਖ-ਵੱਖ ਕਿਸਮ ਦੇ, ਜਿਹੜੇ ਹਾਈਡਲ ਤੇ ਥਰਮਲ ਦੇ ਜੀ। ਤੇ ਕੁਝ ਸਮਝੌਤੇ ਇਸ ਲੈਵਲ ਦੇ ਕੀਤੇ ਸੀ ਜਿਹੜੇ ਉਹ ਸੋਲਰ ਐਨਰਜੀ ਜਾਂ ਰੀਨਿਊਏਬਲ ਐਨਰਜੀ ਜਿਹਨੂੰ ਕਹਿੰਦੇ ਆ ਉਸ ਲੈਵਲ ਤੇ। ਜੀ। ਬਹੁਤਾ ਰੌਲਾ ਥਰਮਲ ਦੇ ਇਹਨਾਂ ਸਮਝੌਤਿਆਂ ਦਾ ਸੀ ਕਿ ਉਹਦੇ 'ਚ ਬਹੁਤ ਐਸੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਉੱਤੇ ਬਹੁਤ ਬਰਡਨ ਪਾਉਂਦੀਆਂ ਨੇ ਤੇ ਔਰ ਉਹ ਕੰਪਨੀਆਂ ਦੇ ਹਿੱਤ ਦੇ ਵਿੱਚ ਜਾਂਦੀਆਂ ਨੇ ਤੇ ਵਾਧੂ ਦਾ ਪੈਸਾ ਜਿਹੜਾ ਪੰਜਾਬ ਦੇ ਵੱਲੋਂ ਡਰੇਨ ਕੀਤਾ ਜਾ ਰਿਹਾ। ਇਸੇ ਕਰਕੇ ਚੋਣ ਮੁੱਦਾ ਬਣਿਆ ਸੀ ਉਹਨਾਂ ਦਿਨਾਂ ਦੇ ਵਿੱਚ, ਔਰ ਚੋਣ ਮੁੱਦੇ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹਨੂੰ ਰਿਵਿਊ ਕਰਾਂਗੇ, ਰਿਵਿਊ ਕਰਕੇ ਰੱਦ ਕਰਾਂਗੇ ਜੀ। ਪਰ ਬੜੇ ਲੰਮੇ ਸਮੇਂ ਤੋਂ ਮੰਗ ਹੁੰਦੀ ਰਹੀ ਤੇ ਕੁਝ ਖਾਸ ਹੋਇਆ ਨਹੀਂ ਉਸ ਮਾਮਲੇ ਦੇ ਵਿੱਚ। ਜਦੋਂ ਪਹਿਲਾਂ ਮੰਗ ਹੁੰਦੀ ਰਹੀ ਤੇ ਉਹਨੂੰ ਵੈਸੇ ਹੀ ਟਾਲਦੇ ਰਹੇ ਵੀ ਹਜੇ ਸਰਕਾਰ 5 ਸਾਲ ਚੱਲਦੀ ਹੁੰਦੀ ਹੈ ਜੀ। ਪਹਿਲੇ ਸਾਲ ਤਾਂ ਇਹ ਕਹਿੰਦੇ ਰਹੇ, ਫਿਰ ਦੂਜੇ ਸਾਲ ਵੀ ਕਹਿੰਦੇ ਰਹੇ ਵੀ ਜੇ ਟਾਈਮ ਦਿਓ, ਜੇ ਮੌਕਾ ਦਿਓ ਜਾਂ ਬਾਕੀ ਦੀਆਂ ਚੀਜ਼ਾਂ ਨੇ। ਫਿਰ ਬਾਰ-ਬਾਰ ਇਹ ਮਾਹੌਲ ਜਦੋਂ ਹੋ ਗਿਆ ਸਰਕਾਰ ਦੇ ਸਾਹਮਣੇ ਕਿ ਹੁਣ ਕੋਈ ਚਾਰਾ ਨਹੀਂ, ਬਹੁਤ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਗਿਆ ਤਾਂ ਕੀ ਕੀਤਾ ਜਾਏ, ਉਹਦੇ 'ਚ ਫਿਰ ਇਹ ਬਦਲ ਕੇ ਕਿ ਅਸੀਂ ਰਿਵਿਊ ਤਾਂ ਟੈਕਨੀਕਲੀ ਨਹੀਂ ਕਰ ਸਕਦੇ, ਫਿਰ ਬਹੁਤ ਜ਼ਿਆਦਾ ਇੱਕ ਵਰਤਾਂਤ ਚਲਾਤਾ ਇਹ ਜੀ ਇੱਕ ਆਰਥਿਕਤਾ ਦਾ, ਇੱਕ ਇਨਵੈਸਟਮੈਂਟ ਦਾ ਸੈਂਟੀਮੈਂਟ ਹੁੰਦਾ, ਜਜ਼ਬਾਤ ਹੁੰਦੇ ਨੇ। ਜੇ ਰੱਦ ਕਰ ਦਿੰਦੇ ਆ ਤਾਂ ਕੰਪਨੀਆਂ ਨਾਰਾਜ਼ ਹੋ ਜਾਣਗੀਆਂ, ਕੰਪਨੀਆਂ ਦਾ ਜਜ਼ਬਾਤ ਫਿਰ ਦੇ ਸੂਬੇ ਦੇ ਵਿੱਚ ਨਵੀਂ ਇਨਵੈਸਟਮੈਂਟ ਨਹੀਂ ਹੋਏਗੀ। ਜੋ ਵੀ ਕਾਰਪੋਰੇਟ ਲੌਜਿਕ ਹੁੰਦਾ ਹੈ ਉਹ ਲੌਜਿਕ ਹੀ ਸਾਡੇ ਦਿੱਤਾ ਜਾਣ ਲੱਗ ਗਿਆ ਜਿਹੜਾ ਇਸ ਪੱਧਰ ਦੇ ਉੱਤੇ। ਤੇ ਜਦੋਂ ਇਹ ਰੌਲਾ ਪੈਣ ਲੱਗਿਆ ਕਿ ਇਹ ਸਮਝੌਤੇ ਕਿਉਂ ਰੱਦ ਨਹੀਂ ਹੋ ਰਹੇ ਜਾਂ ਇਹਨਾਂ 'ਤੇ ਰਿਵਿਊ ਕਿਉਂ ਨਹੀਂ ਹੋ ਰਿਹਾ, ਉਹਦੇ ਪਿਛਲੀ ਜਿਹੜੀ ਬੈਕਗਰਾਊਂਡ ਸੀ ਫਿਰ ਉਹਨਾਂ ਸਮਝੌਤਿਆਂ ਦੀ ਉਹ ਆਉਣੀ ਸ਼ੁਰੂ ਹੋਈ ਜੀ। ਉਹਦੇ ਵਿੱਚ ਇਹ ਹੈ ਕਿ ਜਿਹੜੇ ਜਿਹੋ ਜਿਹੇ ਅਫਸਰ ਜਿਹੜੇ ਖਾਸ ਤੌਰ 'ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸਮਝੌਤਿਆਂ ਨੂੰ ਕਰਨ ਦੇ ਵਿੱਚ ਮੁੱਖ ਰੋਲ ਦੇ ਵਿੱਚ ਸੀਗੇ ਜੀ। ਤੇ ਉਹੀ ਅਫਸਰ ਉਹਨਾਂ ਹੀ ਲਗਭਗ ਉਹੇ ਜਿਹੇ ਉਨੀਆਂ ਹੀ ਤਾਕਤਵਰ ਪੋਸਟਾਂ 'ਤੇ ਹੁਣ ਵੀ ਹੈਗੇ ਨੇ ਜੀ। ਤੇ ਉਹ ਬਿਊਰੋਕਰੇਸੀ ਜਾਂ ਉਹ ਅਫਸਰ ਕਿਉਂ ਇਜਾਜ਼ਤ ਦੇਣਗੇ ਕਿ ਉਹਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਤੈਅ ਹੋਵੇ ਜਾਂ ਬਾਕੀ ਦੀਆਂ ਚੀਜ਼ਾਂ ਦੇਖੀਆਂ ਜਾਣ ਕਿਵੇਂ ਹੋਵੇ। ਤੇ ਉਹ ਜਿਹੜਾ ਇੱਕ ਵਰਤਾਂਤ ਸੀ ਪੂਰਾ, ਕਿਉਂਕਿ ਇਹ ਦੇਖਿਆ ਗਿਆ, ਹਾਲਾਂਕਿ ਸਭ ਦੇ ਸਾਹਮਣੇ ਆਇਆ ਉਦੋਂ ਬਾਅਦ ਕਿ ਰੈਗੂਲੇਟਰੀ ਕਮਿਸ਼ਨ ਨੇ ਵਿੱਚ ਦਖਲ ਦੇ ਕੇ ਤਲਵੰਡੀ ਸਾਬੋ ਵਾਲਾ ਮੁੜ ਟੈਂਡਰ ਕਰਨ ਲਈ ਮਜਬੂਰ ਕੀਤਾ ਸੀ। ਪਹਿਲਾਂ ਉਹ ਵੀ ਨਹੀਂ ਸੀ ਕਰਦੇ ਉਸ ਪੱਧਰ ਦੇ ਉੱਤੇ। ਔਰ ਇਸੇ ਤਰੀਕੇ ਦੇ ਨਾਲ ਜਿਹੜੀ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਦੀ ਇੱਕ ਰਿਪੋਰਟ ਹੈ ਜਿਹੜਾ ਪੰਜਾਬ ਨੂੰ ਇਹ ਕਹਿੰਦਾ ਸੀ ਕਿ ਤੁਹਾਨੂੰ 4 ਮਹੀਨੇ ਬਿਜਲੀ ਦੀ ਚਾਹੀਦੀ ਹੈ ਜ਼ਿਆਦਾ ਤੇ ਬਾਕੀ ਦਾ ਸਮਾਂ ਤੁਹਾਨੂੰ ਬਿਜਲੀ ਨਹੀਂ ਚਾਹੀਦੀ, ਤੁਹਾਨੂੰ ਥਰਮਲ ਲਾਉਣੇ ਰੈਗੂਲਰ ਉਹ ਠੀਕ ਨਹੀਂ ਹੈ। ਇਹੋ ਜਿਹੇ ਕਿੰਨੇ ਪੁਆਇੰਟ ਨਜ਼ਰਅੰਦਾਜ਼ ਕੀਤੇ ਸੀ ਪਰ ਉਹ ਕੁਝ ਨਹੀਂ ਹੋਇਆ। ਔਰ ਨਾ ਹੋਣ ਤੋਂ ਬਾਅਦ ਫਿਰ ਇੱਕ ਲਾਈਨ ਲੈ ਲਈ ਇਹਨਾਂ ਨੇ ਵੀ ਹੁਣ ਕੀਤਾ ਕੀ ਜਾਵੇ, ਪਿੱਛਾ ਕਿਵੇਂ ਛੁਡਾਇਆ ਜਾਏ, ਤੇ ਉਹ ਤਾਂ ਨਹੀਂ ਹੁੰਦਾ। ਫਿਰ ਚੀਫ ਮਿਨਿਸਟਰ ਨੇ ਐਲਾਨ ਕਰਤਾ 2020 ਦੇ ਬਜਟ ਸੈਸ਼ਨ ਦੇ ਵਿੱਚ ਕਿ ਅਸੀਂ ਵਾਈਟ ਪੇਪਰ ਲਿਆਵਾਂਗੇ। ਮਤਲਬ ਸਮਝੌਤੇ ਰੱਦ ਕਰਨ ਤੋਂ ਅਗਲਾ ਸਟੈਪ ਉਹ ਛੱਡ ਦਿੱਤਾ ਗਿਆ, ਉਹ ਰਿਵਿਊ ਕਰਨਾ ਜਾਂ ਨਹੀਂ ਕਰਨਾ, ਅਸੀਂ ਵਾਈਟ ਪੇਪਰ ਲਿਆਵਾਂਗੇ। ਵਾਈਟ ਪੇਪਰ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਦੇ ਸਾਹਮਣੇ ਤੱਥ ਰੱਖੋਗੇ ਕਿ ਸਮਝੌਤਿਆਂ 'ਚ ਕੀ ਹੈ, ਕੀ ਗਲਤ ਹੈ, ਕੀ ਠੀਕ ਹੈ, ਅੰਕੜੇ ਕੀ ਕਹਿੰਦੇ ਨੇ, ਉਹੀ ਚੀਜ਼ਾਂ ਫੈਕਟਸ ਰੱਖੋਗੇ ਨਾ ਉਸੇ ਤਰੀਕੇ ਦੇ ਨਾਲ। ਤੇ ਉਹ ਵਾਈਟ ਪੇਪਰ ਜਿਹੜਾ ਹੈ ਉਹ ਵੀ ਕਿਤੇ ਦਿਖਾਈ ਨਹੀਂ ਅੱਜ ਤੱਕ ਦਿੱਤਾ, ਮਤਲਬ ਕਿਸੇ ਵੀ ਟਾਈਪ ਦਾ ਵਾਈਟ ਪੇਪਰ। ਤੇ ਉਹ ਵਾਈਟ ਪੇਪਰ ਵੀ ਅੰਦਰੇ ਅੰਦਰ ਕਸਮਕਸ ਦਾ ਸ਼ਿਕਾਰ ਹੋ ਗਿਆ, ਅੰਦਰੇ ਅੰਦਰ ਅਫਸਰਾਂ ਦੇ ਵਿੱਚ ਤਣਾਅ ਦਾ ਸ਼ਿਕਾਰ ਹੋ ਗਿਆ ਉਸੇ ਤਰੀਕੇ ਦਾ। ਔਰ ਜਿਹੜੇ ਵਾਈਟ ਪੇਪਰ ਬਣਾਉਣ ਦੇ ਲਈ ਪਹਿਲੀ ਕਮੇਟੀ ਬਣੀ ਜੀ, ਉਸ ਕਮੇਟੀ ਦੇ ਵਿੱਚ ਜਿਹੜੇ ਅਫਸਰ ਕੁਝ ਸੀਗੇ ਜਿਨ੍ਹਾਂ ਨੇ ਤੱਥਾਂ ਆਧਾਰ 'ਤੇ ਉਹ ਸਾਰੀਆਂ ਗੱਲਾਂ ਰੱਖਤੀਆਂ, ਉਹ ਵੀ ਮਨਜ਼ੂਰ ਨਹੀਂ ਗੌਰਮੈਂਟ ਨੂੰ ਜੀ। ਤੇ ਉਹ ਮਨਜ਼ੂਰ ਨਹੀਂ ਹੈ, ਫਿਰ ਇੱਕ ਨਵਾਂ ਵਾਈਟ ਪੇਪਰ ਬਣਾਉਣ ਦੀ ਗੱਲ ਆ ਗਈ। ਹੁਣ ਨਵਾਂ ਬਣਾਵੇ ਕੌਣ? ਤੇ ਜੇ ਨਵਾਂ ਬਣਾਓਗੇ ਉਹ ਜਿਹੜੀਆਂ ਗੱਲਾਂ ਹਕੀਕਤ ਹੈ, ਜਿਹੜੇ ਤੱਥ ਨੇ, ਜਿਹੜੀਆਂ ਦਲੀਲਾਂ ਨੇ ਉਹ ਸਾਹਮਣੇ ਨਹੀਂ ਆਉਣਗੀਆਂ ਉਹਦੇ ਵਿੱਚ ਜੀ, ਤਾਂ ਵੀ ਲੋਕ ਦੇਖਣਗੇ ਕਿ ਫਿਰ ਆਇਆ ਤਾਂ ਕੁਛ ਹੈ ਨਹੀਂ। ਇਹ ਵਾਈਟ ਪੇਪਰ ਕਿਵੇਂ ਹੋ ਗਿਆ? ਇਹ ਤਾਂ ਸਾਰਿਆਂ ਦਾ ਹੀ ਉਸ ਲੈਵਲ ਦਾ ਮਾਹੌਲ ਬਣਾਤਾ ਤੁਸੀਂ, ਸਭ ਬਰੀ ਨੇ।
ਇਸ ਕਰਕੇ ਗਵਰਨਮੈਂਟ ਬੜੇ ਉਲਝਣ ਦੇ ਤਾਣੀ ਦੇ ਵਿੱਚੋਂ ਫਸੀ ਹੈ। ਤੇ ਹੁਣ ਆ ਕੇ ਅਚਾਨਕ ਨਾ ਉਹ ਵਾਈਟ ਪੇਪਰ ਆਇਆ, ਨਾ ਉਹ ਬਾਕੀ ਚੀਜ਼ਾਂ ਆਈਆਂ, ਤੇ ਅਚਾਨਕ ਆ ਕੇ ਕਹਿਤਾ PSPCL ਨੂੰ ਕਿ ਚਾਹੋ ਜੀ ਇਹਨਾਂ ਦਾ ਰਿਵਿਊ ਕਰੋ ਤੇ ਸਮਝੌਤੇ ਇੱਕ ਪਾਸੜ ਨੇ, ਇਹਨਾਂ ਨੂੰ ਰੱਦ ਕਰੋ ਜੀ। ਇਹਦੇ 'ਚੋਂ ਮਤਲਬ ਸੁਭਾਵਿਕ ਸਵਾਲ ਪੈਦਾ ਹੋਣੇ ਨੇ ਕਿ ਜਿਹੜੀ ਇਹ ਗਵਰਨਮੈਂਟ ਨੇ ਪਹਿਲਾਂ ਉਹਦੇ 'ਤੇ ਕੁਝ ਸਟੈਂਡ ਨਹੀਂ ਲਿਆ, ਫਿਰ ਵਾਈਟ ਪੇਪਰ ਕਹਿੰਦੀ ਸੀ, ਤੇ ਹੁਣ ਮੁੜ ਕੇ ਉੱਥੇ ਹੀ ਆ ਕੇ 17 ਵਾਂਗ ਖੜ ਗਈ ਹੈ। ਇਹਦਾ ਕੀ ਕਾਰਨ ਨੇ? ਇਹ ਕਾਰਨ ਬਾਚੇ ਤੇ ਵਿਸ਼ਲੇਸ਼ਣ ਇਹਨਾਂ ਦਾ ਹੋਣਾ ਚਾਹੀਦਾ ਬਹੁਤ ਗੰਭੀਰਤਾ ਨਾਲ ਜੀ। ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਸਰਕਾਰ ਦਾ ਪਹਿਲਾਂ ਸਟੈਂਡ ਨਹੀਂ ਰਿਹਾ, ਫਿਰ ਉਹਨਾਂ ਨੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕੀਤੀ, ਵਾਈਟ ਪੇਪਰ ਵੀ ਨਹੀਂ ਆਇਆ, ਤੇ ਅਸੀਂ ਜਾਣਨਾ ਚਾਹਾਂਗੇ ਵਿਚਕਾਰ ਸਰਕਾਰ ਨੇ ਇਸ ਦੇ ਤਕਨੀਕੀ ਕਾਰਨਾਂ ਨੂੰ ਲੈ ਕੇ ਇੱਕ AG ਦਫ਼ਤਰ ਨਾਲ ਵੀ ਕੁਝ ਰਾਏ ਕੀਤੀ ਸੀਗੀ, ਗੱਲਬਾਤ ਕੀਤੀ ਸੀ ਵੀ ਕਿ ਉਸ AG ਦਫ਼ਤਰ ਦੀ ਕੀ ਰਿਪੋਰਟ ਰਹੀ ਹੈ? ਅਸਲ ਦੇ ਵਿੱਚ ਇਹੀ ਸੀਗਾ ਕਿ AG ਦਫ਼ਤਰ ਦੀ ਇੱਕ ਤਾਂ ਹੁਣ ਦੀ ਰਿਪੋਰਟ ਹੈ, ਜਿਹੜੀ ਰਿਪੋਰਟ GVK ਥਰਮਲ ਪਲਾਂਟ ਬਾਰੇ ਹੈ, ਤੇ ਉਹ ਜਿਹੜੀ ਦਮੋਦਰ ਵੈਲੀ ਦੇ ਵਿੱਚ ਇੱਕ ਲੱਗਿਆ ਹੋਇਆ ਥਰਮਲ ਹੈ ਉਹਦੇ ਬਾਰੇ ਹੈ। ਉਹਦੇ ਤਾਂ PPA ਦੇਖ ਕੇ ਜਿਹੜੇ ਵੀ ਪਾਵਰ ਪਰਚੇਜ ਐਗਰੀਮੈਂਟ ਨੇ ਉਹਦੇ 'ਚ ਉਹਨੇ ਇਹ ਕਿਹਾ ਕਿ ਕੋਈ ਕਲੌਜ ਤੁਸੀਂ ਇਹੋ ਜਿਹੀ ਨਹੀਂ ਰੱਖੀ ਜਿਹੜੀ ਨਾਲ ਤੁਸੀਂ ਟਰਮੀਨੇਟ ਕਰ ਸਕੋ ਜਾਂ ਉਹਨੂੰ ਸਮਝੌਤੇ ਨੂੰ ਰੱਦ ਕਰ ਸਕੋ ਕਿਸੇ ਵੀ ਰੂਪ ਦੇ ਵਿੱਚ। ਉਹ ਤੁਹਾਡੇ ਸਾਹਮਣੇ ਨਹੀਂ ਹੈ। ਤੇ ਇਦੋਂ ਪਹਿਲਾਂ ਉਹ ਕਹਿੰਦਾ ਉਸੇ ਜਿਹੜੀ ਉਹਦੀ ਰਿਪੋਰਟ ਹੈ ਉਹ ਲਿਖਦਾ ਹੈ ਜੀ ਕਿ ਮੈਂ 2020 'ਚ ਤੁਹਾਨੂੰ ਤਲਵੰਡੀ ਥਰਮਲ ਪਲਾਂਟ ਬਾਰੇ ਤੇ ਬਾਕੀਆਂ ਬਾਰੇ ਰਾਏ ਦਿੱਤੀ ਸੀ ਕਿ ਉਹਨਾਂ ਸਮਝੌਤਿਆਂ ਦੇ ਵਿੱਚ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਇਹੋ ਜਿਹੀਆਂ ਕਮੀਆਂ ਨੇ, ਕਮਜ਼ੋਰੀਆਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਤੇ ਸਰਕਾਰ ਦੇ ਖਿਲਾਫ ਜਾ ਰਹੀਆਂ ਨੇ, ਜਿਹੜੀਆਂ ਕੰਪਨੀਆਂ ਦੇ ਪੱਖ ਜਾ ਰਹੀਆਂ ਨੇ, ਉਹਨਾਂ ਨੂੰ ਰਿਵਿਊ ਕੀਤਾ ਜਾ ਸਕਦਾ ਔਰ ਰਿਵਿਊ ਕਰਨਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਵੀ ਦਾ ਇੱਕ ਐਂਗਲ ਉਹਨਾਂ ਨੇ ਲਿਖਤਾ ਸੀ ਇਹ, ਪਰ ਉਧਰ ਤਾਂ ਸਰਕਾਰ ਉਸ ਪਾਸੇ ਵੱਲ ਨਹੀਂ ਚੱਲੀ। ਹੁਣ ਕੀ ਹੋਵੇਗਾ ਇਹਦੇ 'ਚ ਕਿ 2 ਥਰਮਲਾਂ ਬਾਰੇ ਉਹਨੇ ਕਹਿਤਾ ਕਿ PPA ਦੇ ਵਿੱਚ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਹੈ ਤੁਸੀਂ ਇਹਨੂੰ ਟਰਮੀਨੇਟ ਨਹੀਂ ਕਰ ਸਕਦੇ, ਰੱਦ ਨਹੀਂ ਕਰ ਸਕਦੇ। AG ਦੀ ਰਾਏ ਪਹਿਲਾਂ ਹੈ, ਰਿਪੋਰਟ ਤੁਹਾਡੇ ਕੋਲੇ ਹੈ, ਉਦੋਂ ਬਾਅਦ ਤੁਸੀਂ ਹੁਣ ਫਿਰ ਐਲਾਨ ਕਰਦੇ ਹੋ ਕਿ ਉਹਨਾਂ ਨੂੰ ਰੱਦ ਕਰੋ ਜੀ। ਇਹਦਾ ਮਾਨਾ ਕੀ ਬਣਦਾ? ਬਿਲਕੁਲ ਇਹਦਾ ਮਾਨਾ ਸਭ ਦੇ ਸਾਹਮਣੇ ਬਣਦਾ। ਇਹਦੇ ਨਾਲ ਹੋਏਗਾ ਕੀ? ਹੋਣਾ ਇਹ ਹੈ ਕਿ ਜੀ ਤੁਸੀਂ ਮਤਲਬ ਕੱਚਘਾਟ ਤਰੀਕੇ ਨਾਲ ਜੋ ਵੀ ਮਰਜ਼ੀ ਫੈਸਲੇ ਕਰੋਗੇ, ਤੱਥ ਤੁਹਾਡੇ ਕੋਲ ਉਸ ਲੈਵਲ ਦੇ ਹੈ ਨਹੀਂ। ਹੁਣ ਜਿਹੜਾ ਰੌਲਾ ਪਾਇਆ ਇਹਨਾਂ ਨੇ, ਸਪੋਜ਼ ਕਰੋ ਸਭ ਤੋਂ ਵੱਧ ਰੌਲਾ ਇਹੀ ਪਾਇਆ ਕਿ ਕਿਉਂਕਿ ਤਲਵੰਡੀ ਸਾਬੋ ਪਲਾਂਟ ਨੇ ਸਾਨੂੰ ਲਗਾਤਾਰ ਬਿਜਲੀ ਨਹੀਂ ਦਿੱਤੀ ਜੀ। ਇਹ ਬਿਜਲੀ 9 ਅਪ੍ਰੈਲ ਤੋਂ ਲੈ ਕੇ 30 ਜੂਨ ਦਾ ਜਿਹੜਾ ਇੱਕ ਮਾਮਲਾ ਵਿੱਚ, ਜਦੋਂ ਉਹਨਾਂ ਦੀ ਪਹਿਲਾਂ ਇੱਕ ਤਾਂ ਮਾਰਚ ਤੋਂ ਲੈ ਕੇ ਪਹਿਲੀ ਟਰਬਾਈਨ ਬੰਦ ਸੀ, ਫਿਰ ਵਿੱਚ ਦੀ ਦੂਜੇ ਵੀ ਬੰਦ ਹੋ ਗਏ ਸੀ। ਇਸ ਕਰਕੇ ਇਸ ਬਿਨਾਂ ਤੇ ਉਹਨਾਂ ਦਾ ਰਿਵਿਊ ਕਰਕੇ ਸਮਝੌਤਾ ਰੱਦ ਕਰੋ ਜੀ। ਹੁਣ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਦੀ ਕਲੌਜ ਹੈ, ਉਹ 'ਚ ਕੋਈ ਕਲੌਜ ਇਹੋ ਜਿਹੀ ਨਹੀਂ ਪਾਈ ਹੋਈ ਕਿ ਤੁਸੀਂ ਝੋਨੇ ਦੇ ਸੀਜ਼ਨ 'ਚ ਸਾਨੂੰ ਪੂਰੀ ਬਿਜਲੀ ਦਿਓਗੇ। ਉਹਦੀ ਕਲੌਜ ਕੀ ਹੈ? ਉਹਦੀ ਕਲੌਜ ਇਹ ਹੈ ਕਿ ਤੁਸੀਂ ਪੂਰੇ ਸਾਲ ਦੇ ਵਿੱਚ ਜੀ ਜੇਕਰ 80% ਬਿਜਲੀ ਦਿੰਦੇ ਹੋ ਐਵਰੇਜ ਤਾਂ ਠੀਕ ਹੈ ਜੀ। ਜੇ 75% ਤੋਂ ਘੱਟ ਦਿੰਦੇ ਹੋ, 65 ਤੋਂ 75 ਦੇ ਵਿਚਾਲੇ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਜੀ। ਜੇ 65% ਤੋਂ ਘੱਟ ਦਿੰਦੇ ਹੋ ਤਾਂ ਸਮਝੌਤਾ ਰੱਦ ਕੀਤਾ ਜਾ ਸਕਦਾ। ਹੁਣ 65% ਤਾਂ ਜਦੇ ਪੂਰੀ ਹੋ ਜਾਂਦੀ ਹੈ। ਇਹ 31 ਮਾਰਚ ਨੂੰ ਆਉਣ ਵਾਲੀ ਨੂੰ ਪਤਾ ਲੱਗਣਾ, ਉਦੋਂ ਪਹਿਲਾਂ ਵੋਟਾਂ ਪੈ ਜਾਣਗੀਆਂ। ਬਿਲਕੁਲ ਜਦ ਨੂੰ ਅਗਲੇ ਸਾਲ ਵੋਟਾਂ ਨੇ ਫਰਵਰੀ ਦੇ ਵਿੱਚ, ਜਦ ਤੱਕ ਇਹ ਪਤਾ ਲੱਗਣਾ ਕਿ ਉਹਨਾਂ ਦੀ 65% ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਤੇ ਕੇਵਲ ਉਹਨੇ ਮਹੀਨੇ ਨਾਲ ਨਹੀਂ ਨਾ ਚੱਲੋ, ਬਾਅਦ ਚੋਂ 100 ਦੇ ਦੇਣ ਵੀ ਲੈ ਲਓ ਜੀ ਮੇਰੇ ਕੋਲ ਤਾਂ 100% ਲੈ ਜਾਓ। ਤਾਂ ਜੇ ਕਲੌਜ ਉਹ ਹੈ ਜਿਹਦੇ 'ਚ ਤੁਸੀਂ ਰੱਖਿਆ ਇਹ ਹੋਇਆ ਕਿ 65% ਤੱਕ ਵੀ ਉਹਨਾਂ ਦਾ ਚੱਲੂਗਾ ਜਦੋਂ ਮਰਜ਼ੀ ਦੇ ਦੇਣ, ਉਹਦੇ 'ਚ ਕੋਈ ਫਰਕ ਨਹੀਂ ਪਾਇਆ ਕਿ ਸਾਨੂੰ ਝੋਨੇ ਦੇ ਸੀਜ਼ਨ 'ਚ ਜ਼ਿਆਦਾ ਚਾਹੀਦੀ ਹੈ, ਉਦੋਂ ਸਾਨੂੰ 100% ਚਾਹੀਦੀ ਹੈ, ਬਾਕੀ ਦੇ ਸੀਜ਼ਨ 'ਚ ਘੱਟ ਦੇ ਦਿਓ। ਤੁਸੀਂ ਸਾਲ ਦਾ ਸਾਲ ਕੀਤਾ ਹੋਇਆ, ਤਾਂ ਉਹ ਸਮਝੌਤਾ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਆਧਾਰ ਬਣ ਸਕਦਾ ਇਹਨੂੰ ਰੱਦ ਕਰਨ ਦਾ? ਇਹ ਬਹੁਤ ਵੱਡਾ ਕੁਐਸਚਨ ਹੈ, ਟੈਕਨੀਕਲ ਸਵਾਲ ਹੈ, ਜਿਹੜੇ ਸਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਪਏਗਾ, ਤੇ ਆਮ ਜਿਹੜੇ ਲੋਕ ਇਹਦੇ 'ਤੇ ਬੱਲੇ ਬੱਲੇ ਕਰਨਗੇ ਵੀ ਸ਼ਾਇਦ ਇਸ ਤਰੀਕੇ ਨਾਲ ਹੋ ਜਾਏਗਾ, ਉਹ ਐਡਾ ਸੌਖਾ ਕੰਮ ਨਹੀਂ ਹੈ ਜੀ। ਹਮੀਰ ਜੀ, ਜਿਵੇਂ ਪੰਜਾਬ ਸਰਕਾਰ ਨੇ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਸ਼ੁਰੂ ਕਰ ਦਿੱਤੇ ਨੇ ਵੀ ਕਿ ਅਸੀਂ ਇਹਨਾਂ ਨੂੰ ਰੱਦ ਕਰਨ ਜਾ ਰਹੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਐਲਾਨ ਕਰ ਰਹੇ ਨੇ ਵੀ ਕਿ ਅਸੀਂ ਬਿਜਲੀ ਖਰੀਦ ਸਮਝੌਤੇ ਜਿਹੜੇ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਤੋਂ ਪਹਿਲਾਂ ਵੀ ਚਾਹੇ ਬੇਅਦਬੀ ਮਾਮਲਾ ਹੋਵੇ, ਚਾਹੇ ਹੋਰ ਵੀ ਕਈ ਜਿਹੜੀ ਹੈਗੇ ਜਾਂਚ ਕਮੇਟੀਆਂ ਬਣਾਈਆਂ, ਪਰ ਉਹਨਾਂ ਦੀ ਜਾਂਚ ਕਿਤੇ ਸਿਰੇ ਨਹੀਂ ਚੜ੍ਹ ਸਕੀ। ਕੀ ਕਿਤੇ ਇਹ ਵੀ ਤਾਂ ਨਹੀਂ ਇਸ ਤਰ੍ਹਾਂ ਹੀ ਰਹਿ ਜਾਏਗਾ ਵੀ ਕਿ ਉੱਧਰ ਚੋਣਾਂ ਆ ਜਾਣ ਅਤੇ ਐਨੇ ਨੂੰ ਜਿਹੜਾ ਹੈਗਾ ਬਿਜਲੀ ਖਰੀਦ ਸਮਝੌਤਿਆਂ ਦੇ ਕੰਮਕਾਰ ਹੈ ਉਹ ਵਿੱਚ ਰੁਲ ਜੇ? ਕੀ ਇਹ ਸਿਰੇ ਚੜ੍ਹ ਸਕੇਗਾ? ਨਹੀਂ, ਸਿਰੇ ਤਾਂ ਕਿਸੇ ਤਰੀਕੇ ਨਾਲ ਚੜ੍ਹਦਾ। ਸਭ ਤੋਂ ਪਹਿਲਾ ਕੁਐਸਚਨ ਤਾਂ ਇਹਦੇ ਵਿੱਚ ਇਹ ਹੈ ਕਿ ਕੀ ਉਦੋਂ ਗਲਤ ਹੋਇਆ, ਕਿਹਨੇ ਕੀਤਾ, ਕਿਉਂ ਕੀਤਾ, ਇਹ ਤੱਥ ਸਾਹਮਣੇ ਆਉਣੇ ਚਾਹੀਦੇ ਸੀ ਜੀ। ਉਹ ਵਾਈਟ ਪੇਪਰ ਜਿਹੜਾ ਤੁਸੀਂ ਰੱਖਿਆ ਪਿਆ
ਚੀਫ ਮਿਨਿਸਟਰ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਜੀ 4 ਮੰਤਰੀ ਉਹਦੇ 'ਚ ਸ਼ਾਮਲ ਸੀ। ਉਹਦੇ 'ਚ ਮੰਤਰੀ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਦੇ 'ਚ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ, ਉਹਦੇ 'ਚ ਸੁੰਦਰ ਸ਼ਾਮ ਅਰੋੜਾ, ਉਹਦੇ 'ਚ ਜਿਹੜਾ ਇੱਥੋਂ ਵਾਲਾ ਸਿੰਗਲਾ PWD ਮਿਨਿਸਟਰ ਤੇ ਐਜੂਕੇਸ਼ਨ ਮਿਨਿਸਟਰ, ਜਿਹੜਾ 4 ਮਿਨਿਸਟਰ ਨੇ, ਤੇ ਚੀਫ ਸੈਕਟਰੀ ਉਹਦੇ ਨਾਲ ਨੇ, ਤੇ CMD ਹੈ ਜਿਹੜਾ ਪਾਵਰਕਾਮ ਦੇ ਜਿਹੜੀ ਉਸ ਲੈਵਲ ਤੇ ਉਹਨਾਂ ਦੀ ਇੱਕ ਕਮੇਟੀ ਬਣਦੀ ਹੈ। ਉਸ ਜਿਹੜਾ ਪਹਿਲਾਂ ਵਾਲਾ ਡਰਾਫਟ ਦਾ ਕੀਤਾ ਗਿਆ ਇੱਕ ਮਸੌਦਾ ਹੈ ਜਿਹੜਾ ਉਸ ਪੱਧਰ ਦਾ ਕਿ ਅਸੀਂ ਜੋ ਲੈ ਕੇ ਆਉਣਾ ਹੈ ਵਾਈਟ ਪੇਪਰ, ਉਹਨੂੰ ਠੀਕ ਠਾਕ ਕਰਨ ਦੇ ਲਈ ਜੋ ਵੀ ਗਵਰਨਮੈਂਟ ਚਾਹੁੰਦੀ ਹੈ ਮਤਲਬ ਜੀ ਉਹਦੀ ਇੱਕ ਮੀਟਿੰਗ ਹੁੰਦੀ ਹੈ। ਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਜੋ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਨਹੀਂ ਸਾਹਮਣੇ ਆਇਆ, ਪਰ ਉਸ ਚੀਫ ਮਿਨਿਸਟਰ ਦੀ ਅਗਵਾਈ ਵਾਲੀ ਕਮੇਟੀ ਦੇ ਵੀ ਆ ਮਾਰਚ ਦੇ ਮਹੀਨੇ ਦੀ ਉਹ ਗੱਲ ਹੈ, ਐਸੇ ਸਾਲ ਦੀ, ਕੋਈ ਬਾਹਲੀ ਦੂਰ ਦੀ ਗੱਲ ਨਹੀਂ। ਉਹ ਕਮੇਟੀ ਦਾ ਕੀ ਫੈਸਲਾ ਹੈ, ਉਹ ਕਿਹੜਾ ਵਾਈਟ ਪੇਪਰ ਹੈ, ਤੇ ਉਹ ਵਾਈਟ ਪੇਪਰ ਸਾਹਮਣੇ ਕਿਉਂ ਨਹੀਂ ਆਉਂਦਾ ਜੀ। ਤੇ ਅਗਲੀ ਗੱਲ ਸਵਾਲ ਇਹ ਹੈ ਕਿ ਜੇ ਉਹਦੇ 'ਚੋਂ ਤੁਸੀਂ ਸਾਰੇ ਉਹ ਬੰਦੇ ਕੱਢ ਦਿਓਗੇ ਜਿਨ੍ਹਾਂ ਨੇ ਉਹ ਐਗਰੀਮੈਂਟਾਂ 'ਚ ਭੂਮਿਕਾ ਨਿਭਾਈ, ਜਿਨ੍ਹਾਂ ਦੀ ਜ਼ਿੰਮੇਵਾਰੀ ਪੰਜਾਬ ਨੂੰ ਬਚਾਉਣ, ਪੰਜਾਬ ਨੂੰ ਦੇ ਲੋਕਾਂ ਦੇ ਪੱਖ ਦੇ ਵਿੱਚ, ਪੰਜਾਬ ਦੀ ਪੂੰਜੀ ਬਚਾਉਣ ਦੇ ਪੱਖ ਦੇ ਵਿੱਚ ਜ਼ਿੰਮੇਵਾਰੀ ਲੱਗੀ ਸੀ, ਜੇ ਉਹ ਕੰਪਨੀਆਂ ਦੀ ਫੇਵਰ ਕਰ ਗਏ ਨੇ, ਤਾਂ ਜੇ ਉਹਨਾਂ 'ਤੇ ਸਵਾਲ ਨਹੀਂ ਉੱਠਦੇ, ਉਹਨਾਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਹਨਾਂ ਦੀ ਦੋਸਤ ਮਤਲਬ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ, ਤਾਂ ਕੀ ਮਾਮਲਾ ਬਚਦਾ ਉਹਦਾ ਜੀ। ਇੱਕ ਤਾਂ ਸਭ ਤੋਂ ਵੱਡਾ ਕੁਐਸਚਨ ਇਹੀ ਹੈ, ਫਿਰ ਤਾਂ ਕੋਈ ਮਤਲਬ ਹੀ ਨਹੀਂ ਹੈ ਕਿਸੇ ਵੀ ਮਾਮਲੇ ਦਾ। ਦੂਜੀ ਗੱਲ ਇਹ ਹੈ ਕਿ ਜੇ ਇਹ ਰੱਦ ਵੀ ਨਹੀਂ ਹੁੰਦੇ ਹੁਣ ਜੀ, ਰੱਦ ਕਿਉਂ ਨਹੀਂ ਹੁੰਦੇ, ਕਿਉਂਕਿ ਜਿਵੇਂ ਉਹ SIT ਬਣੀ ਸੀ ਨਾ ਬੇਅਦਬੀ ਦੇ ਮਾਮਲੇ 'ਚ, ਸਰਕਾਰ ਕਹਿੰਦੀ ਵੀ ਆਪਾਂ ਇੱਕ ਵਾਰ ਬਣਾਤੀ, ਧੱਕ ਦੋ ਕੰਮ ਜੀ। ਉਹ ਧੱਕ ਤਾਂ ਉਸੇ ਤਰੀਕੇ ਦਾ 3 ਮੈਂਬਰੀ ਉਹ SIT ਸੀ, ਬਾਕੀ ਮੈਂਬਰ ਕਿਧਰੇ ਗਏ, ਇੱਕੋ ਬੰਦੇ ਨੇ ਲਿਖਤੀ, ਇੱਕੋ ਬੰਦਾ ਸਾਰਾ ਕਰਦਾ ਰਿਹਾ, ਤੇ ਬੰਦੇ ਉਹਨਾਂ ਨੂੰ ਮੌਕਾ ਮਿਲਿਆ, ਹਾਈ ਕੋਰਟ ਚਲੇ ਗਿਆ, ਤੇ ਹਾਈ ਕੋਰਟ ਤੋਂ ਬਾਅਦ ਉਹ ਰੱਦ ਹੋ ਗਈ ਰਿਪੋਰਟ ਜੀ। ਠੀਕ ਹੈ, ਉਹ ਵੀ ਬਰੀ। ਅਕਾਲੀ ਵੀ ਕਹਿ ਰਹੇ ਨੇ ਵੀ ਦੇਖੋ ਜੀ ਹੁਣ ਤਾਂ ਹਾਈ ਕੋਰਟ ਨੇ ਫੈਸਲਾ ਕੀਤਾ ਨਾ, ਸਾਡਾ ਤਾਂ ਕੋਈ ਕਸੂਰ ਨਹੀਂ ਹੈ। ਬਾਕੀ ਦੇ ਲੋਕ ਵੀ ਕਹਿ ਰਹੇ ਨੇ ਸਾਡਾ ਤਾਂ ਕਸੂਰ ਨਹੀਂ ਹੈ। ਫਸ ਗਈ ਸਰਕਾਰ। ਸਰਕਾਰ ਦੇ ਜਦੋਂ ਫਸੀ ਤਾਂ ਆ ਸਾਰਾ ਰੇੜਕਾ ਚੱਲ ਰਿਹਾ ਜਿਹੜਾ ਸਾਰੀ ਸਰਕਾਰ ਦੇ ਅੰਦਰ, ਤੇ ਉਹ ਇੱਥੋਂ ਹੀ ਸ਼ੁਰੂ ਹੋਇਆ, ਬੇਅਦਬੀ ਤੋਂ ਮੇਨ ਸ਼ੁਰੂ ਹੋਇਆ, ਚਾਹੇ ਉਹਦੇ ਪਿੱਛੇ ਆਪਣੀ ਸੱਤਾ ਦੇ ਹਿੱਸੇਦਾਰੀ ਜੇ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਇੱਕ ਮੁੱਦਾ ਆਇਆ ਹੁਣ ਦੁਬਾਰਾ ਇੱਕ ਹੋਰ SIT ਬਣਾਉਣੀ ਪਈ। ਐਵੇਂ ਬਿਜਲੀ ਦਾ ਮਾਮਲਾ ਹੈ, ਬਿਜਲੀ ਦੇ ਇਸ ਸਮਝੌਤੇ ਨਾਲ ਹੁਣ 4.5 ਸਾਲਾਂ ਬਾਅਦ ਇਹ ਬਿਨਾਂ ਤੈਅ ਕੀਤੇ, ਬਿਨਾਂ ਲੋਕਾਂ ਦੇ ਸਾਹਮਣੇ ਜਨਤਕ ਰਿਪੋਰਟ ਦੇ ਕਿ ਫਲਾਣੇ ਸਮੇਂ ਫਲਾਣੇ ਮੌਕੇ ਗਲਤੀਆਂ ਹੋਈਆਂ, ਆਹ ਗਲਤੀਆਂ ਲਈ ਆਹ ਜ਼ਿੰਮੇਵਾਰ ਨੇ, ਇਸ ਕਰਕੇ ਪਬਲਿਕ ਇੰਟਰਸਟ ਦੇ ਵਿੱਚ ਅਸੀਂ ਇਹ ਸਮਝੌਤਾ ਰੱਦ ਕਰਦੇ ਹਾਂ, ਇਸ ਆਧਾਰ ਬਣਾਏ ਤੋਂ ਬਿਨਾਂ ਤੁਸੀਂ ਰੱਦ ਕਰ ਦੋਗੇ, ਉਹਨਾਂ ਲਈ ਮੌਕਾ ਦੇ ਜਾਓ ਕੋਰਟ ਦੇ ਵਿੱਚ, ਅਦਾਲਤ ਪੱਕਾ ਜਾਣਸਾਰ ਸਟੇ, ਤੇ ਜਾਣਸਾਰ ਸਟੇ ਤੋਂ ਬਾਅਦ ਤੁਸੀਂ ਕਹੋਗੇ ਅਸੀਂ ਤਾਂ ਕੀਤਾ ਸੀ ਜੀ ਕੰਮ, ਅਸੀਂ ਕੀ ਕਰੀਏ, ਤੇ ਉਧਰ ਕੰਪਨੀ ਕਹੋਗੇ ਆਪਣਾ ਚੱਲ ਰਿਹਾ ਸਟੇ, ਆਪਣੇ ਤਰੀਕੇ ਨਾਲ ਚੱਲ ਰਿਹਾ, ਆਪਾਂ ਜੋ ਮਰਜ਼ੀ ਕਰਾਂਗੇ ਜੀ। ਤੁਸੀਂ ਇਹ ਮੌਕੇ ਕੱਚ ਘੜ ਤਰੀਕੇ ਨਾਲ ਉਹਨਾਂ ਨੂੰ ਦੇ ਰਹੇ ਹੋ, ਆਪਣੇ ਆਪ ਦੇ ਰਹੇ ਹੋ। ਇਹ ਬਹੁਤ ਬੜਾ ਮਾਮਲਾ ਇਸ ਤਰੀਕੇ ਦਾ ਹੈ ਕਿ ਇਹਦੇ ਨਾਲ ਪੰਜਾਬ ਦਾ, ਪੰਜਾਬੀਆਂ ਦਾ ਉਸ ਲੈਵਲ ਦਾ ਭਲਾ ਨਹੀਂ ਹੋਣਾ। ਤੇ ਅਗਲਾ ਇੱਕ ਸਵਾਲ ਹੋਰ ਬਹੁਤ ਇੰਪੋਰਟੈਂਟ ਹੈ ਇਹਦੇ 'ਚ, ਇਹ ਸਾਰੇ ਪਾਵਰ ਪਰਚੇਜ ਐਗਰੀਮੈਂਟ ਹੋਏ ਨੇ ਮੰਤਰੀ ਮੰਡਲ ਦੇ ਫੈਸਲਿਆਂ ਨਾਲ ਜੀ। ਹੁਣ ਤੁਸੀਂ ਮੰਤਰੀ ਮੰਡਲ ਦੇ ਫੈਸਲਿਆਂ ਲਈ ਤੁਸੀਂ ਕਹਿੰਦੇ ਹੋ ਪਾਵਰਕਾਮ ਨੂੰ ਤੂੰ ਰੱਦ ਕਰ ਦੇ ਜੀ, ਤਾਂ ਮੰਤਰੀ ਮੰਡਲ ਕਿਉਂ ਨਹੀਂ ਇਹ 'ਤੇ ਚਰਚਾ ਕਰਕੇ ਰੱਦ ਕਰਨ ਦੀ ਗੱਲ ਕਰਦਾ? ਮੰਤਰੀ ਮੰਡਲ ਦਾ ਫੈਸਲਾ ਹੋਣਾ ਚਾਹੀਦਾ ਨਾ, ਚੀਫ ਮਿਨਿਸਟਰ ਨੇ ਆਰਡਰ ਕਰਤਾ ਕਿ ਫਲਾਨੀ ਜਗ੍ਹਾ ਇਹ ਹੋ ਗਿਆ ਜੀ, ਤੇ ਉਹਦੇ ਤੋਂ ਲੋਕਾਂ ਨੂੰ ਇਹ ਡਾਊਟ ਹੋਏਗਾ ਕਿ ਜਿਹੜਾ ਵੀ, ਚਾਹੇ ਨਵਜੋਤ ਸਿੱਧੂ ਉਹਨਾਂ ਨੇ ਦੇਤੇ ਜੀ 5 ਨੁਕਾਤੀ ਪ੍ਰੋਗਰਾਮ, ਚਾਹੇ ਇਹਨਾਂ ਨੇ ਦੇਤਾ ਜੋ ਵੀ, ਤਾਂ ਕਿਤੇ ਨਾ ਕਿਤੇ ਇਹ ਅਦਾਲਤਾਂ 'ਚ ਜਾ ਕੇ ਇਹਨੂੰ ਬੜਾ ਸੌਖੇ ਤਰੀਕੇ ਨਾਲ ਦਰਸਾਇਆ ਜਾ ਸਕਦਾ ਕਿ ਜੀ ਪੋਲੀਟੀਕਲ ਮੋਟਿਵ ਹੈ। ਪਰ ਕੀ ਕਹਿੰਦੇ ਨੇ ਕਾਂਗਰਸੀ ਜਿਹੜੇ ਅਮਰਿੰਦਰ ਤੋਂ ਬਾਗੀ ਹੋਏ ਨੇ, ਉਹ ਇਹੀ ਕਹਿੰਦੇ ਨੇ ਅਸੀਂ ਲੋਕਾਂ 'ਚ ਕਿਵੇਂ ਜਾਵਾਂਗੇ। ਬਿਲਕੁਲ, ਲੋਕਾਂ ਨਾਲ ਬੇਅਦਬੀ ਦਾ ਵਾਅਦਾ ਸੀ, ਲੋਕਾਂ ਨਾਲ ਪਾਵਰ ਪਰਚੇਜ ਐਗਰੀਮੈਂਟ ਦਾ ਵਾਅਦਾ ਸੀ, ਲੋਕਾਂ ਨਾਲ ਨਸ਼ਿਆਂ ਦਾ ਵਾਅਦਾ ਸੀ, ਤੇ ਜਦੋਂ ਇਹ ਬਿਆਨ ਨੇ ਇਹ ਸਾਰੇ ਨਾਲ ਜਾ ਕੇ ਕੋਰਟ 'ਚ ਆਉਣਗੇ ਕਿ ਭਾਈ ਇਹ ਤਾਂ ਵੋਟਾਂ ਦਾ ਚੱਕਰ ਹੈ, ਇਹਨਾਂ ਦਾ ਕੋਈ ਟੈਕਨੀਕਲ ਗੱਲ ਹੀ ਨਹੀਂ, ਇਹਨਾਂ ਦਾ ਲੋਕਾਂ ਦੇ ਮਾਮਲੇ 'ਚ ਇਹੋ ਜਿਹੀ ਕੋਈ ਗੱਲ ਦਿਖਾਈ ਨਹੀਂ ਦਿੰਦੀ। ਇਸ ਕਰਕੇ ਤੁਸੀਂ ਇਹ ਆਧਾਰ ਕੰਪਨੀ ਨੂੰ ਦੇ ਰਹੇ ਹੋ ਬਣਾ ਕੇ ਇਹ ਪੂਰੀ ਤਰ੍ਹਾਂ। ਔਰ ਜੇ ਜਿਹੜੀ ਸੀਰੀਅਸਨੈਸ ਦਾ ਸਵਾਲ ਹੈ, ਜੇ ਸੀਰੀਅਸਨੈਸ ਹੈ ਤਾਂ ਉਹ ਵਾਈਟ ਪੇਪਰ ਘੱਟੋ ਘੱਟ ਸਾਹਮਣੇ ਆਵੇ, ਜਿਹੜੇ ਲੋਕ ਉਹਦੇ 'ਚ ਸ਼ਾਮਲ ਨੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਵੇ, ਤੇ ਜ਼ਿੰਮੇਵਾਰੀ ਤੈਅ ਕਰਨ ਤੋਂ ਬਾਅਦ ਪਬਲਿਕ ਇੰਟਰਸਟ 'ਚ ਕੈਬਨਿਟ ਫੈਸਲਾ ਲਵੇ। ਕੈਬਨਿਟ ਤੋਂ ਵੀ ਵੱਡੀ ਜੇ ਗੱਲ ਹੋ ਸਕਦੀ ਹੈ, ਤੇ ਕੈਬਨਿਟ ਵੀ ਫੈਸਲਾ ਕਰਕੇ ਉਹਨੂੰ ਵਿਧਾਨ ਸਭਾ 'ਚ ਲਿਆਏ, ਵਿਧਾਨ ਸਭਾ ਚਰਚਾ ਕਰਕੇ ਸਮੁੱਚੇ ਵਿਧਾਇਕਾਂ ਦੀ ਇੱਕ ਸਰਬਸੰਮਤੀ ਨਾਲ ਵੀ ਉਹਦੇ 'ਤੇ ਮੋਹਰ ਲਵਾਈ ਜਾਵੇ ਨਾਲ ਦੀ ਨਾਲ, ਫਿਰ ਜਾ ਕੇ ਸ਼ਾਇਦ ਕੁਝ ਉਸ ਪਾਸੇ ਵੱਲ ਕੋਈ ਠੋਸ ਕਦਮ ਹੋ ਸਕਦਾ। ਨਹੀਂ ਤਾਂ ਇਹ ਠੋਸ ਕਦਮ ਨਹੀਂ ਹੈ, ਕੇਵਲ ਹਵਾ ਹਵਾਈ ਹੈ, ਕੇਵਲ ਸਿਆਸਤ ਹੈ।
ਹਮੀਰ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਕੋਰਟ ਦੇ ਵਿੱਚ ਵੀ ਜਿਹੜੀ ਕੰਪਨੀਆਂ ਬੜੇ ਆਸਾਨੀ ਨਾਲ ਜਾ ਸਕਦੀਆਂ ਨੇ, ਤੁਹਾਨੂੰ ਵਾਕਈ ਲੱਗਦਾ ਨਾ ਵੀ ਕਿ ਸਰਕਾਰ ਜਿਹੜਾ ਹੈਗਾ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਕੇ ਔਰ ਜਿਹੜੇ ਵਿਰੋਧੀ ਵਿਧਾਇਕਾਂ ਦੀ ਆਵਾਜ਼ ਨੂੰ ਦੇਖਦੇ ਹੋ ਇਸ ਤਰ੍ਹਾਂ ਕਰ ਰਹੀ ਹੈ? ਨਹੀਂ, ਉਹ ਤਾਂ ਸੰਭਵ ਹੀ ਹੈ। ਦੇਖੋ, ਜਿਹੜੇ ਵੀ ਬੰਦੇ ਨੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਜਿਹੜੇ ਮਰਜ਼ੀ ਨੇ, ਜੀ ਇਹਨਾਂ ਦਾ ਏਜੰਡਾ ਤਾਂ ਕਾਰਪੋਰੇਟ ਏਜੰਡਾ ਹੈ ਨਾ, ਬਹੁਤਾ ਫਰਕ ਨਹੀਂ ਹੈ ਕਿਸੇ ਦਾ ਕਿਸੇ ਵੀ ਲੈਵਲ 'ਤੇ। ਜੇ ਤੁਸੀਂ ਰਿਲਾਇੰਸ ਦਾ ਦੇਖੋ ਤੇ 2006 ਦੇ ਵਿੱਚ ਵੀ ਅਮਰਿੰਦਰ ਸਰਕਾਰ ਨੇ ਵੀ ਰਿਲਾਇੰਸ ਨਾਲ ਐਗਰੀਮੈਂਟ ਕੀਤਾ ਸੀ, 500 ਏਕੜ ਜ਼ਮੀਨ ਵੀ ਜਿਹੜੀ ਸਰਕਾਰੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਲਈ ਦੇਤੀ ਸੀ, ਜੇਕਰ ਤੁਸੀਂ ਉਸ ਲੈਵਲ 'ਤੇ ਦੇਖੋ। ਔਰ ਇਸੇ ਤਰ੍ਹਾਂ ਇਹਨਾਂ ਐਗਰੀਮੈਂਟਾਂ ਦੇ ਵਿੱਚ ਵੀ, ਚਾਹੇ ਉਹ ਪਾਵਰ ਦੇ ਮਾਮਲੇ 'ਚ ਨੇ, ਜਿਹੜਾ GVK ਦਾ ਐਗਰੀਮੈਂਟ ਹੈ, ਜੀ ਇਹ ਤਾਂ 1992 ਤੋਂ ਬੇਅੰਤ ਸਿੰਘ ਮਿਨਿਸਟਰੀ ਵੇਲੇ ਦਾ ਸ਼ੁਰੂ ਹੋਇਆ ਆ ਕੇ ਅਮਰਿੰਦਰ ਸਿੰਘ ਮਿਨਿਸਟਰੀ 'ਚ ਹੋਇਆ ਸੀਗਾ 2006 ਦੇ ਵਿੱਚ, ਜਿਹੜਾ GVK ਨਾਲ ਸੰਬੰਧਿਤ ਹੈ। ਮਤਲਬ ਡਾਇਰੈਕਸ਼ਨ 'ਚ ਕੋਈ ਬਹੁਤਾ ਫਰਕ ਨਹੀਂ ਹੈ, ਡਾਇਰੈਕਸ਼ਨ ਸੇਮ ਹੀ ਹੈ। ਪਰ ਜਿੱਥੇ ਕਿਤੇ ਪਬਲਿਕ ਪ੍ਰੈਸ਼ਰ ਆ ਜਾਂਦਾ, ਜਨਤਕ ਦਬਾਅ ਆ ਜਾਂਦਾ, ਉੱਥੇ ਗੌਰਮੈਂਟਾਂ ਨੂੰ ਥੋੜ੍ਹਾ ਜਿਹਾ ਪਿੱਛੇ ਹਟ ਕੇ ਕੋਈ ਫੈਸਲੇ ਲੈਣੇ ਪੈਂਦੇ ਨੇ ਉਸ ਸਾਰੇ ਮਾਮਲੇ ਦੇ ਵਿੱਚ। ਬਿਨਾਂ ਸ਼ੱਕ ਇਹ ਪੋਲੀਟੀਕਲ ਹੈ। ਨਹੀਂ ਤਾਂ ਸਾਰੇ ਮੰਤਰੀ ਵੀ ਜਿਹੜੇ ਅੱਜ ਰੌਲਾ ਪਾ ਰਹੇ ਨੇ, ਉਹ 4.5 ਸਾਲ ਤੋਂ ਬਾਅਦ 4 ਸਾਲ ਉਸੇ ਮਿਨਿਸਟਰੀ ਦੇ ਵਿੱਚ ਮਲਾਈ ਖਾ ਰਹੇ ਨੇ ਨਾ। ਉਹ ਕੀ ਕਰਦੇ ਨੇ? ਇਹ ਤੋਂ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਉਸ ਲੈਵਲ 'ਤੇ ਵੱਡੇ ਪੱਧਰ ਦੇ ਉਸ ਪੱਧਰ 'ਤੇ ਸਟੈਂਡ ਲਿਆ? ਜਾਂ ਕੀ ਮੰਤਰੀ ਅੰਦਰ ਦਬਾਅ ਪਾ ਕੇ ਜੀ ਇਹ ਫੈਸਲਾ ਕਰਾ ਸਕਦੇ ਸੀ ਕਿ ਜਿਹੜੇ ਅਫਸਰ ਉਹ ਮਾਮਲੇ ਦੇ ਵਿੱਚ ਸੀ, ਜਿਵੇਂ ਮਿਸਾਲ ਦੇ ਤੌਰ 'ਤੇ ਤੁਸੀਂ ਇਹ ਦੇਖੋ ਕਿ ਜੋ ਗਵਰਨਮੈਂਟ ਜਿਵੇਂ ਕਰਦੀ ਹੈ, ਇੱਕ ਮਾਮਲਾ ਇਹਨਾਂ ਦੇ ਵਿੱਚ ਇਹ ਆਇਆ ਸੀ ਕਿ ਆਪਾਂ ਇਹਨਾਂ ਦਾ ਲੇਖਾ ਜੋਖਾ ਕਰਾਉਂਦੇ ਆ, ਇਹਨਾਂ ਦੀ ਵਿੱਤੀ ਪੜਤਾਲ ਕਰਾਉਂਦੇ ਆ ਜੀ, ਜਿਹੜਾ 10 ਸਾਲ ਦਾ ਜਿਹੜਾ ਇਹਨਾਂ ਦਾ ਟਾਈਮ ਸੀ। ਲੇਖਾ ਜੋਖਾ ਕਾਹਦਾ ਹੋਇਆ? ਅਕਾਊਂਟ ਫਾਰ ਕਿਹੜਾ ਕੀਤਾ ਗਿਆ? ਉਹਦੇ 'ਚ 2007 ਤੋਂ 2012 5 ਸਾਲ ਛੱਡਤੇ। ਕਿਸੇ ਕੰਪਨੀ ਤੋਂ ਕਿਹਦਾ ਕਰਾਈ ਗਈ ਜਾਂਚ, ਕਿਹਦਾ ਲੇਖਾ ਜੋਖਾ ਕਰਾਇਆ ਗਿਆ? 2012-13 ਤੋਂ ਲੈ ਕੇ 2016-17 ਤੱਕ ਦਾ, ਮਤਲਬ ਬਾਅਦ ਵਾਲੇ 5 ਸਾਲ। ਤੇ ਉਹ ਸਾਰੇ ਸਮਝੌਤੇ ਤਾਂ ਪਹਿਲੇ 5 ਸਾਲ 'ਚ ਹੋਏ ਨੇ ਜੀ, ਤੇ ਬਾਅਦ ਵਾਲੇ 'ਚ ਤਾਂ ਕੋਈ ਸਮਝੌਤਾ ਨਹੀਂ ਹੋਇਆ। ਤਾਂ ਜੇ ਸਾਰੇ ਗਵਰਨਮੈਂਟ ਉਸ ਗੱਲ ਨੂੰ ਤਿਆਰ ਹੋ ਜਾਂਦੀ ਹੈ ਪਹਿਲਾਂ ਹੀ ਮੰਨ ਕੇ ਕਿ ਆਪਾਂ ਪਹਿਲੇ 5 ਸਾਲ ਛੇੜਨੇ ਨਹੀਂ ਹੈ, ਤੇ ਉਹਦੀ ਅਕਾਊਂਟ ਦੀ ਵੀ ਚੈੱਕ ਨਹੀਂ ਕਰਨੇ ਕਿ ਉਹਦੇ 'ਚ ਕੀ ਵਿੱਤੀ ਹੇਰਾਫੇਰੀਆਂ ਨੇ ਜਾਂ ਕੀ ਮਾਮਲੇ ਨੇ, ਕੀ ਲਾਸ ਹੈ, ਤਾਂ ਉਹ ਗਵਰਨਮੈਂਟ ਕਿਵੇਂ ਇਹ ਸਮਝੌਤੇ ਰੱਦ ਕਰਨ ਵਾਲੇ ਪਾਸੇ ਜਾ ਸਕਦੀ ਸੀ? ਇਸ ਲਈ ਪੋਲੀਟਿਕਸ ਦਿਖਾਈ ਦਿੰਦੀ ਹੈ ਉਹਦੇ 'ਚ ਤਾਂ ਨਾ। ਜਦੋਂ ਵੀ ਨੇੜੇ ਆਉਂਦੇ ਹੋ ਉਦੋਂ ਤੁਸੀਂ ਇਹ ਕਹਿ ਰਹੇ ਹੋ। ਵੈਸੇ ਤਾਂ ਗਵਰਨਮੈਂਟਾਂ ਦਾ ਚੱਲਣ ਹੀ ਇਹ ਬਣ ਗਿਆ, ਨਾਰਮਲੀ ਗਵਰਨਮੈਂਟਾਂ ਦਾ ਰੁਝਾਨ ਇਹ ਬਣ ਗਿਆ ਕਿ ਪਹਿਲੇ 4 ਸਾਲ ਕੁਝ ਨਾ ਕਰੋ, ਆਖਰੀ ਸਾਲ ਰੌਲਾ ਰੂਲਾ ਪਾ ਕੇ ਦੁਬਾਰਾ ਆਪਦੇ ਆਪ ਨੂੰ ਸਾਬਤ ਕਰੋ ਤੇ ਚੋਣਾਂ ਦੇ ਵਿੱਚ ਲਿਆਓ। ਕੋਈ ਵੀ ਸਰਕਾਰ ਹੈ, ਇਹ 5 ਸਾਲ ਲਈ ਬਣਦੀਆਂ ਨੇ, ਕੰਮ ਆਖਰੀ ਸਾਲ ਕਰਦੀਆਂ ਨੇ ਮਾੜੇ ਮੋਟੇ, ਉਹ ਵੀ ਅੱਧੇ ਅਧੂਰੇ ਖਾਧੇ ਪੀਤੇ ਉਹ ਵਿੱਚ ਹੀ ਚੱਲ ਜਾਂਦਾ ਉਸ ਲੈਵਲ ਦਾ ਕੰਮ। ਇਸ ਲਈ ਸਾਡੀ ਸਿਆਸਤ ਐਡੀ ਹਲਕੀ ਹੋ ਗਈ ਹੈ। ਪਰ ਪੰਜਾਬ ਦੀ ਇਹ ਹੋਂਦ ਦੇ ਸਵਾਲ ਨੇ, ਐਗਜ਼ਿਸਟੈਂਸ ਦੇ ਸਵਾਲ ਨੇ, ਇਸ ਲਈ ਇਹਦੇ ਪ੍ਰਤੀ ਗੰਭੀਰ ਹੋਣ ਦਾ ਮਾਮਲਾ ਹੈ। ਪੰਜਾਬ ਦੇ ਲੋਕਾਂ ਨੂੰ ਵੀ, ਪੰਜਾਬ ਦੇ ਬਾਕੀ ਉਹਨਾਂ ਨੂੰ ਵੀ, ਪੰਜਾਬ ਦੇ ਲੋਕਾਂ ਦੀ ਵੀ ਇੱਕ ਡਿਮਾਂਡ ਬਣਦੀ ਹੈ ਇਹ ਕਿ ਤੁਸੀਂ ਪਹਿਲਾਂ ਇਹਨਾਂ ਸਮਝੌਤਿਆਂ 'ਤੇ ਉਹ 10 ਸਾਲ ਦਾ ਰਿਵਿਊ ਕਿੱਥੇ ਹੈ, ਤੇ ਉਹ 10 ਸਾਲ ਦੇ ਦੌਰਾਨ ਕਿਹੜੇ ਲੋਕ ਇਸ ਪ੍ਰੋਸੈਸ ਦੇ ਵਿੱਚ ਫੈਸਲਿਆਂ 'ਚ ਭਾਗੀਦਾਰ ਰਹੇ, ਕੀ ਉਹਨਾਂ ਨੇ ਜਾਣਬੁੱਝ ਕੇ ਫੈਸਲੇ ਕੀਤੇ ਜਾਂ ਅਣਜਾਣੇ 'ਚ ਕਿਹਨੇ ਕੀਤੇ, ਕਿਹਨੇ ਜਾਣਬੁੱਝ ਕੇ ਕੀਤੇ, ਕਿਹੜੇ ਕਿਹੜੇ ਲੋਕਾਂ ਨੇ ਉਦੋਂ ਚੇਤਾਇਆ ਸੀਗਾ ਕਿ ਇਹ ਗਲਤ ਹੋ ਰਿਹਾ, ਉਹਨਾਂ 'ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ। ਉਹ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਹ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਹ ਲੱਗੂਗਾ ਕਿ ਨਹੀਂ, ਹੁਣ ਇਹ ਇਕੱਲੀ ਸਿਆਸੀ ਗੱਲ ਨਹੀਂ, ਹੁਣ ਤਕਨੀਕੀ ਤੌਰ 'ਤੇ ਵੀ ਇਹਨਾਂ ਗੱਲਾਂ ਦੇ ਤੌਰ 'ਤੇ ਵੀ ਸਭ ਦੇ ਸਾਹਮਣੇ ਸਾਡੇ ਕੋਲ ਦਿਖਾਈ ਦੇ ਰਹੀ ਹੈ ਇਸ ਲੈਵਲ 'ਤੇ। ਅਗਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਪੰਜਾਬ 'ਚ ਇੱਕ ਇੰਡੀਪੈਂਡੈਂਟ ਇੰਟੈਲੈਕਚੁਅਲ ਟੀਮ ਵੀ ਬਣਨੀ ਚਾਹੀਦੀ ਹੈ। ਔਰ ਮੇਰਾ ਇੱਕ ਸੁਝਾਅ, ਮੈਂ ਇਹ ਕਹਿ ਸਕਦਾ ਕਿ ਜਿਹੜੀ ਪਾਵਰਕਾਮ ਦੀ ਇੰਜੀਨੀਅਰਾਂ ਦੀ ਟੀਮ ਹੈ, ਉਹ 'ਚ ਬਹੁਤ ਰਿਟਾਇਰ ਹੋ ਗਏ ਅਤੇ ਬਹੁਤ ਸਮਰੱਥ ਲੋਕ ਵੀ ਉਸ ਲੈਵਲ 'ਤੇ ਨੇ। ਜੇ ਉਹ ਇੰਡੀਪੈਂਡੈਂਟ ਵੀ ਆਪਣਾ ਵਾਈਟ ਪੇਪਰ ਲਿਆ ਸਕੇ, ਪਾਵਰਕਾਮ ਦੀ ਇੰਜੀਨੀਅਰ ਐਸੋਸੀਏਸ਼ਨ ਗੌਰਮੈਂਟ ਨਹੀਂ ਲਿਆਉਂਦੀ, ਲੋਕਾਂ ਦੇ ਸਾਹਮਣੇ ਇੱਕ ਤੱਥਾਂ ਦੇ ਤੌਰ 'ਤੇ ਪੇਸ਼ ਹੋ ਜਾਣ, ਤਾਂ ਉਹ ਵੀ ਇੱਕ ਬਹੁਤ ਵੱਡਾ ਦਬਾਅ ਹੁੰਦਾ ਗੌਰਮੈਂਟਾਂ 'ਤੇ ਕਿ ਆਹ ਫੈਕਚੁਅਲ ਪੋਜੀਸ਼ਨ ਹੈ, ਆਹ ਤੁਹਾਡੀ ਹੈ। ਜਿਹੜੀ ਸਿਵਲ ਸੁਸਾਇਟੀ ਦਾ ਰੋਲ ਹੁੰਦਾ ਸਾਡੇ, ਉਹ ਨਿਭਾਉਣ ਦੀ ਲੋੜ ਹੈ ਨਾਲ ਦੀ ਨਾਲ, ਤਾਂ ਕਿ ਗੌਰਮੈਂਟਾਂ ਜਵਾਬਦੇਹ ਹੋ ਸਕਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਸਾਨੂੰ ਵੀ ਕਿ ਸਰਕਾਰ ਵੱਲੋਂ ਬਿਜਲੀ ਖਰੀਦ ਸਮਝੌਤਿਆਂ ਦੇ ਵਾਈਟ ਪੇਪਰ ਜਾਰੀ ਕਰਨ ਦੀਆਂ ਗੱਲਾਂ ਤਾਂ ਵੱਡੀਆਂ ਕੀਤੀਆਂ, ਪਰ ਹਲੇ ਤੱਕ ਉਹ ਵਾਈਟ ਪੇਪਰ ਨਹੀਂ ਲਿਆਂਦਾ ਗਿਆ। ਸਰਕਾਰ ਪਹਿਲਾਂ ਉਹਦੀ ਛਾਣਬੀਨ ਕਰਕੇ ਵਾਈਟ ਪੇਪਰ ਜਾਰੀ ਕਰੇ, ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਸਮਝੌਤਿਆਂ ਨੂੰ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਵਿਚਾਰ ਚਰਚਾ ਤੋਂ ਬਾਅਦ ਜਿਹੜਾ ਹੈਗਾ ਰੱਦ ਕੀਤਾ ਜਾਵੇ, ਤਾਂ ਜੋ ਇਸ ਨੂੰ ਤਕਨੀਕੀ ਤੌਰ 'ਤੇ ਰੱਦ ਕੀਤਾ ਜਾ ਸਕੇ ਅਤੇ ਇਸ ਨੂੰ ਕਿਤੇ ਵੀ ਕੋਰਟ ਹੋਵੇ ਚਾਹੇ ਕਿਤੇ ਕੋਈ ਵੀ ਕੰਪਨੀ ਚੈਲੰਜ ਨਾ ਕਰ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਸਰਕਾਰ ਇਸ 'ਤੇ ਕਿਸ ਤਰ੍ਹਾਂ ਹੀ ਕਾਰਗੁਜ਼ਾਰੀ ਕਰਦੀ ਹੈ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।